ਵੀਡੀਓ ਦੇਖ ਰਹੇ ਮੇਰੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਜੋ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਹਾਂ ਉਹ ਹੈ ਮਕੈਨੀਕਲ ਪ੍ਰੋਪਰਟੀਜ਼ ਦੇ ਬਾਰੇ। ਇਹ ਮਕੈਨੀਕਲ ਪ੍ਰੋਪਰਟੀਜ਼ ਤੇ ਪਹਿਲੀ ਬਣੀ ਵੀਡੀਓ ਦਾ ਦੂਸਰਾ ਪਾਰਟ ਹੈ। ਸੋ ਇਸ ਪਾਰਟ ਦੇ ਵਿੱਚ ਅਸੀਂ ਗੱਲ ਕਰਨੀ ਹੈ ਉਸ ਤੋਂ ਅਗਲੀਆਂ ਪ੍ਰੋਪਰਟੀਜ਼ ਦੇ ਬਾਰੇ। ਪਿਛਲੀ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸੀ ਇਲਾਸਟਿਸਿਟੀ, ਪਲਾਸਟਿਸਿਟੀ, ਸਟਰੈਂਥ ਤੇ ਸਟਿਫਨੈਸ ਦੇ ਬਾਰੇ। ਸੋ ਅੱਜ ਅਸੀਂ ਅੱਗੇ ਦੀਆਂ ਕੁਝ ਪ੍ਰੋਪਰਟੀਜ਼ ਦੇ ਬਾਰੇ ਡਿਸਕਸ ਕਰਾਂਗੇ। ਆਓ ਵਨ ਬਾਏ ਵਨ ਡਿਸਕਸ ਕਰਦੇ ਹਾਂ। ਆਓ ਗੱਲ ਕਰਦੇ ਹਾਂ ਡਕਟਿਲਿਟੀ ਦੇ ਬਾਰੇ। The ability of the material to be drawn into wires without rupture and without losing much strength is known as its ductility। ਕਿ ਡਕਟਿਲਿਟੀ ਮਟੀਰੀਅਲ ਦੀ ਉਹ ਪ੍ਰੋਪਰਟੀ ਹੈ ਜਿਸ ਦੇ ਕਰਕੇ ਮਟੀਰੀਅਲ ਨੂੰ ਅਸੀਂ ਲੰਬੀਆਂ ਤੇ ਬਰੀਕ ਤਾਰਾਂ ਦੇ ਵਿੱਚ ਬਦਲ ਪਾ ਸਕਦੇ ਹਾਂ ਬਿਨਾਂ ਕਿਸੇ ਤਰੀਕੇ ਦੇ ਰਪਚਰ ਤੇ ਬਿਨਾਂ ਉਸ ਦੀ ਸਟਰੈਂਥ ਲੂਜ਼ ਕੀਤੇ ਆ। ਇਹ ਮਟੀਰੀਅਲ ਦੀ ਉਹ ਪ੍ਰੋਪਰਟੀ ਆ ਜੋ ਕਿ ਉਸ ਮਟੀਰੀਅਲ ਦੀ ਸਟਰੈਂਥ ਤੇ ਪਲਾਸਟਿਸਿਟੀ ਦੇ ਕਰਕੇ ਹੀ ਉਹਦੇ ਵਿੱਚ ਪਾਈ ਜਾਂਦੀ ਹੈ ਜਦੋਂ ਉਸ ਦੇ ਉੱਤੇ ਟੈਂਸਾਈਲ ਫੋਰਸਿਸ ਐਕਟ ਕਰਦੀਆਂ ਹੋਣ। ਔਰ ਇਸ ਨੂੰ ਆਮ ਤੌਰ ਤੇ ਸ਼ੋ ਕੀਤਾ ਜਾਂਦਾ ਹੈ ਪਰਸੈਂਟੇਜ ਇਲੋਂਗੇਸ਼ਨ ਤੇ ਪਰਸੈਂਟੇਜ ਰਿਡਕਸ਼ਨ ਇਨ ਏਰੀਆ। ਜਦੋਂ ਕਿਸੇ ਵੀ ਮਟੀਰੀਅਲ ਦੀ ਟੈਸਟਿੰਗ ਕੀਤੀ ਜਾਂਦੀ ਹੈ ਟੈਂਸਾਈਲ ਟੈਸਟਿੰਗ ਦੇ ਦੌਰਾਨ, ਤਾਂ ਉਸ ਟਾਈਮ ਸਾਡੇ ਕੋਲ ਜੋ ਉਸ ਦੇ ਮਟੀਰੀਅਲ ਦੇ ਅੰਦਰ ਜੋ ਪਰਸੈਂਟੇਜ ਰਿਡਕਸ਼ਨ ਇਨ ਏਰੀਆ ਆਉਂਦਾ ਹੈ ਜਾਂ ਪਰਸੈਂਟੇਜ ਇਲੋਂਗੇਸ਼ਨ ਇਨ ਮਟੀਰੀਅਲ ਆਉਂਦੀ ਹੈ, ਤਾਂ ਉਸ ਦੇ ਦੌਰਾਨ ਹੀ ਅਸੀਂ ਇਸ ਨੂੰ ਸ਼ੋ ਕਰਦੇ ਹਾਂ ਕਿ ਇਸ ਦੀ ਡਕਟਿਲਿਟੀ ਕਿੰਨੀ ਹੋ ਸਕਦੀ ਹੈ। ਸੋ ਡਕਟਾਈਲ ਮਟੀਰੀਅਲਸ ਹੈਵ ਐਬਿਲਿਟੀ ਟੂ ਫਲੋ, ਕਿ ਜੋ ਮਟੀਰੀਅਲਸ ਦੀ ਪ੍ਰੋਪਰਟੀ ਹੈ ਡਕਟਿਲਿਟੀ, ਇਸ ਦੇ ਕਰਕੇ ਹੀ ਮਟੀਰੀਅਲਸ ਜੋ ਹੈ ਫਲੋ ਕਰ ਪਾ ਸਕਦਾ ਹੈ। ਸੋ ਨੈਕਸਟ ਅਸੀਂ ਕੁਝ ਇੱਕ ਐਗਜ਼ਾਮਪਲ ਲਏ ਨੇ। ਇੱਥੇ ਐਗਜ਼ਾਮਪਲ ਦੇ ਵਿੱਚ ਅਸੀਂ ਇੱਥੇ ਦੇਖਾਂਗੇ ਕਿ ਸਾਡੇ ਕੋਲ ਸਭ ਤੋਂ ਵੱਧ ਕਿਸੇ ਮਟੀਰੀਅਲ ਦੀ ਡਕਟਿਲਿਟੀ ਕਿੰਨੀ ਹੈ ਤੇ ਸਭ ਤੋਂ ਘੱਟ ਕਿਸੇ ਮਟੀਰੀਅਲ ਦੀ ਡਕਟਿਲਿਟੀ ਕਿੰਨੀ ਹੋ ਸਕਦੀ ਹੈ। ਤਾਂ ਇੱਥੇ ਸਭ ਤੋਂ ਪਹਿਲਾਂ ਮੈਂ 골ਡ ਨੂੰ ਸ਼ੋ ਕੀਤਾ ਹੈ, ਉਸ ਤੋਂ ਬਾਅਦ ਪਲੈਟੀਨਮ ਹੈ, ਸਿਲਵਰ, ਆਇਰਨ, ਕਾਪਰ, ਐਲੂਮੀਨੀਅਮ, ਨਿਕਲ, ਜ਼ਿੰਕ, ਟਿਨ ਐਂਡ ਲੈਡ। ਇੱਥੇ 골ਡ ਦੀ ਸਭ ਤੋਂ ਵੱਧ ਡਕਟਿਲਿਟੀ ਹੈ ਐਂਡ ਲੈਡ ਦੀ ਸਭ ਤੋਂ ਘੱਟ ਡਕਟਿਲਿਟੀ ਪਾਈ ਜਾਂਦੀ ਹੈ। ਅਗਲੀ ਪ੍ਰੋਪਰਟੀ ਹੈ ਬ੍ਰਿਟਲਨੈਸ। The lack of ductility and plasticity in a material so that it fractures without sufficient warning and remarkable deformation under the action of applied load। ਕਿ ਜਦੋਂ ਆਪਣੇ ਕੋਲ ਕਿਸੇ ਮਟੀਰੀਅਲ ਦੇ ਅੰਦਰ ਲੈਕ ਆਫ ਡਕਟਿਲਿਟੀ ਹੋਵੇ ਤੇ ਲੈਕ ਆਫ ਪਲਾਸਟਿਸਿਟੀ ਹੋਵੇ, ਇਹ ਦੋ ਪ੍ਰੋਪਰਟੀਜ਼ ਨੇ ਜਿਸ ਦੇ ਕਰਕੇ ਕੋਈ ਵੀ ਮਟੀਰੀਅਲ ਆਪਣੇ ਕੋਲ ਡੀਫਾਰਮ ਹੋ ਸਕਦਾ ਹੈ। ਪਰ ਜਦੋਂ ਉਹ ਡੀਫਾਰਮੇਸ਼ਨ ਨਾ ਹੋਵੇ ਕਿਸੇ ਮਟੀਰੀਅਲ ਦੇ ਵਿੱਚ, ਸਿੱਧਾ ਉਹ ਮਟੀਰੀਅਲ ਫ੍ਰੈਕਚਰ ਕਰ ਜਾਵੇ ਵਿਦਾਊਟ ਸਫੀਸ਼ੀਐਂਟ ਵਾਰਨਿੰਗ, ਕਿ ਕਿਸੇ ਵੀ ਵਾਰਨਿੰਗ ਦਿੱਤਿਆਂ। ਜਿਵੇਂ ਕਿ ਵਾਰਨਿੰਗ ਦਾ ਮਤਲਬ ਹੈ ਇੱਥੇ ਕਿ ਉਹਦੀ ਡੀਫਾਰਮੇਸ਼ਨ ਸਾਨੂੰ ਪਤਾ ਹੀ ਨਾ ਲੱਗੇ ਕਿ ਉਹ ਕਦੋਂ ਡੀਫਾਰਮੇਸ਼ਨ ਹੋਣਾ ਸਟਾਰਟ ਹੋਏਗਾ। ਜਦੋਂ ਮਟੀਰੀਅਲ 'ਤੇ ਅਸੀਂ ਕੁਝ ਮੈਕਸਿਮਮ ਲੋਡ ਪਾਇਆ ਤਾਂ ਉਹ ਇੱਕਦਮ ਹੀ ਉੱਥੇ ਜਾ ਕੇ ਟੁੱਟ ਗਿਆ, ਤਾਂ ਉਸ ਟਾਈਮ ਜੋ ਉਸ ਦੀ ਮਟੀਰੀਅਲ ਦੀ ਪ੍ਰੋਪਰਟੀ ਹੋਏਗੀ ਉਸ ਨੂੰ ਅਸੀਂ ਕਾਊਂਟ ਕਰਾਂਗੇ ਬ੍ਰਿਟਲਨੈਸ। ਇਹ ਪ੍ਰੋਪਰਟੀ ਜੋ ਹੈ ਇਹ ਟਫਨੈਸ ਦੇ ਆਪੋਜ਼ਿਟ ਮੰਨੀ ਜਾਂਦੀ ਹੈ। ਬ੍ਰਿਟਲਨੈਸ ਜੋ ਹੈ ਪ੍ਰੋਪਰਟੀ, ਉਸ ਦੇ ਕਰਕੇ ਹੀ ਜੋ ਕੁਝ ਮਟੀਰੀਅਲਸ ਨੇ ਸਾਡੇ ਕੋਲ ਉਹ ਕਲੀਅਰਲੀ ਫ੍ਰੈਕਚਰ ਕਰ ਜਾਂਦੇ ਨੇ ਅੰਡਰ ਸ਼ੌਕ ਲੋਡਸ, ਅਤੇ ਇਹ ਆਪਣੇ ਕੋਲ ਵਿਥਸਟੈਂਡ ਕਰਦੇ ਨੇ ਹਾਈ ਪ੍ਰੈਸ਼ਰ 'ਤੇ ਗੁੱਡ ਸਟਰੈਂਥ ਨੂੰ ਵੀ ਪ੍ਰੋਸੈਸ ਕਰਦੇ ਹਨ। ਇਹਨਾਂ ਦੇ ਦੁਆਰਾ ਜੋ ਸਾਡੇ ਕੋਲ ਮਟੀਰੀਅਲ ਦੀ ਸਟਰੈਂਥ ਮਿਲਦੀ ਹੈ ਉਹ ਕਾਫੀ ਜ਼ਿਆਦਾ ਹਾਈ ਸ਼ੋ ਹੁੰਦੀ ਹੈ। ਜਿਵੇਂ ਕਿ ਸਪੋਜ਼ ਕਾਸਟ ਆਇਰਨ ਦਾ ਹੈ ਸਾਡੇ ਕੋਲ ਮਟੀਰੀਅਲ, ਕਾਸਟ ਆਇਰਨ ਦੇ ਵਿੱਚ ਜਿੰਨਾ ਵੀ ਅਸੀਂ ਕੌਨਸਟੈਂਟ ਪ੍ਰੈਸ਼ਰ, ਕੌਨਸਟੈਂਟ ਲੋਡ ਪਾ ਲਈਏ ਉਹ ਜਲਦੀ ਫ੍ਰੈਕਚਰ ਨਹੀਂ ਕਰੇਗਾ, ਪਰ ਜੇ ਉਹਦੇ 'ਤੇ ਕੋਈ ਇੰਪੈਕਟ ਲੋਡ ਪਾਇਆ ਜਾਵੇ, ਸਡਨ ਲੋਡ ਪਾਇਆ ਜਾਵੇ, ਤਾਂ ਉਹ ਇੱਕਦਮ ਲਈ ਉੱਥੇ ਫ੍ਰੈਕਚਰ ਕਰ ਜਾਏਗਾ। ਜਨਰਲੀ ਜਿਹੜੇ ਮਟੀਰੀਅਲਸ ਹੁੰਦੇ ਨੇ ਜਿਨ੍ਹਾਂ ਦੀ ਹਾਈ ਬ੍ਰਿਟਲਨੈਸ ਹੁੰਦੀ ਹੈ ਉਹਨਾਂ ਦੀ ਪਰਸੈਂਟੇਜ ਜੋ ਇਲੋਂਗੇਸ਼ਨ ਹੈ ਉਹ 5% ਤੋਂ ਘੱਟ ਮੰਨੀ ਜਾਂਦੀ ਹੈ। ਐਗਜ਼ਾਮਪਲ ਦੇ ਤੌਰ 'ਤੇ ਜੋ ਸਾਡੇ ਕੋਲ ਕਾਸਟ ਆਇਰਨ ਹੈ, ਗਲਾਸ ਹੈ, ਬ੍ਰਿਕਸ ਨੇ, ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਮਟੀਰੀਅਲਸ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚੋਂ ਵੁੱਡ ਵੀ ਇੱਕ ਹੋ ਸਕਦਾ ਹੈ। ਤਾਂ ਇਹ ਕੁਝ ਐਗਜ਼ਾਮਪਲਸ ਨੇ ਆਪਣੇ ਕੋਲ ਬ੍ਰਿਟਲ ਮਟੀਰੀਅਲਸ ਦੇ। ਨੈਕਸਟ ਹੈ ਦੈਟ ਇਜ਼ ਕਿ ਜੋ ਗਲਾਸ ਹੈ ਇਜ਼ ਵੈਰੀ ਹਾਰਡ ਮਟੀਰੀਅਲ। ਇਹ ਬਹੁਤ ਹਾਰਡ ਮਟੀਰੀਅਲ ਮੰਨਿਆ ਜਾਂਦਾ ਹੈ। ਡਿਊ ਟੂ ਇਟਸ ਹਾਈ ਬ੍ਰਿਟਲਨੈਸ ਇਟਸ ਯੂਜ਼ ਇਜ਼ ਲਿਮਿਟਿਡ। ਪਰ ਉਸ ਦੀ ਬ੍ਰਿਟਲਨੈਸ ਜੋ ਪ੍ਰੋਪਰਟੀ ਹੈ ਉਸ ਦੇ ਹਾਈ ਹੋਣ ਕਰਕੇ ਉਸ ਦਾ ਜੋ ਯੂਜ਼ ਹੈ ਉਹ ਲਿਮਿਟਿਡ ਹੈ। ਕੱਚ ਦੇ ਉੱਤੇ ਜਿੰਨਾ ਮੈਕਸਿਮਮ ਅਸੀਂ ਲੋਡ ਪਾਈਏ ਉਹ ਜਲਦੀ ਨਹੀਂ ਟੁੱਟੇਗਾ, ਬਟ ਉਸ ਦੀ ਬ੍ਰਿਟਲਨੈਸ ਜ਼ਿਆਦਾ ਹੋਣ ਕਰਕੇ ਉਸ ਦਾ ਯੂਜ਼ ਜੋ ਹੈ ਉਹ ਘੱਟ ਵਰਤੋਂ ਦੇ ਵਿੱਚ ਲਿਆ ਜਾਂਦਾ ਹੈ। ਅਗਲੀ ਪ੍ਰੋਪਰਟੀ ਹੈ ਮੈਲੇਬਿਲਿਟੀ। ਮੈਲੇਬਿਲਿਟੀ ਮਟੀਰੀਅਲ ਦੀ ਉਹ ਪ੍ਰੋਪਰਟੀ ਹੈ ਜਿਹਦੇ ਵਿੱਚ ਜਦੋਂ ਅਸੀਂ ਕਿਸੇ ਮਟੀਰੀਅਲ ਦੀ ਕੋਲਡ ਫੋਰਜਿੰਗ ਜਾਂ ਕੋਲਡ ਵਰਕਿੰਗ ਦੀ ਗੱਲ ਕਰ ਲਈਏ ਕਿ ਕੋਲਡ ਵਰਕਿੰਗ ਜਾਂ ਹੌਟ ਵਰਕਿੰਗ ਕਿਸੇ ਮਟੀਰੀਅਲ ਦੇ ਉੱਤੇ ਕਰਦੇ ਹਾਂ, ਜਿਵੇਂ ਕਿ ਸਾਡੀ ਹੈਮਰਿੰਗ ਹੋ ਗਈ, ਰੋਲਿੰਗ ਹੋ ਗਈ ਜਾਂ ਪ੍ਰੈਸਿੰਗ ਹੋ ਗਈ, ਤਾਂ ਇਸ ਦੌਰਾਨ ਜਦੋਂ ਮਟੀਰੀਅਲ ਲੰਬੀਆਂ ਪਤਲੀਆਂ ਚਾਦਰਾਂ ਦੇ ਵਿੱਚ, ਸ਼ੀਟਸ ਦੇ ਵਿੱਚ ਬਦਲ ਜਾਵੇ। ਐਗਜ਼ਾਮਪਲ ਦੇ ਤੌਰ ਦੇ ਉੱਤੇ ਜਿਵੇਂ ਅਸੀਂ ਘਰਾਂ ਦੇ ਵਿੱਚ ਐਲੂਮੀਨੀਅਮ ਦਾ ਫੋਇਲ ਪੇਪਰ ਯੂਜ਼ ਕਰਦੇ ਹਾਂ ਰੋਟੀ ਲਪੇਟਣ ਦੇ ਲਈ,
ਜਾਂ ਬਰਗਰ ਵਗੈਰਾ ਖਾਂਦੇ ਹਾਂ ਤਾਂ ਉਦੋਂ ਉਸ ਟਾਈਮ ਬਰਗਰ ਦੇ ਚਾਰ ਚੁਫੇਰੇ ਜੋ ਅਲਮੀਨੀਅਮ ਦਾ ਪੇਪਰ ਸਾਡਾ ਰੋਲ ਕੀਤਾ ਹੁੰਦਾ ਹੈ, ਚੜਾਇਆ ਹੁੰਦਾ ਹੈ, ਤਾਂ ਉਹ ਇੱਕ ਐਗਜ਼ਾਮਪਲ ਹੈ ਬੈਸਟ ਮੈਲੇਬਿਲਿਟੀ ਦਾ। ਤਾਂ ਉਸ ਦੌਰਾਨ ਜੋ ਉਸ ਮਟੀਰੀਅਲ ਦੀ ਜੋ ਪ੍ਰੋਪਰਟੀ ਹੈ ਜਿਹਦੇ ਕਰਕੇ ਉਸ ਨੂੰ ਪਤਲੀਆਂ ਅਤੇ ਬਰੀਕ ਚਾਦਰਾਂ ਦੇ ਵਿੱਚ, ਪਤਲੀਆਂ ਸ਼ੀਟਸ ਦੇ ਵਿੱਚ ਕਨਵਰਟ ਕੀਤਾ ਜਾ ਸਕੇ, ਉਹ ਕਹਿਲਾਉਂਦੀ ਹੈ ਦੈਟ ਇਜ਼ ਮੈਲੇਬਿਲਿਟੀ। ਤਾਂ ਮੈਲੇਬਿਲਿਟੀ ਹੁਣ ਕਿਸ ਕਿਸ ਮਟੀਰੀਅਲ ਦੀ ਹਾਈ ਹੋ ਸਕਦੀ ਹੈ, ਉਹਦੇ ਵਿੱਚ ਅਸੀਂ ਐਗਜ਼ਾਮਪਲ ਦੇ ਤੌਰ 'ਤੇ ਇੱਥੇ ਦੇਖਦੇ ਹਾਂ ਕਿ ਜੋ 골ਡ ਮਟੀਰੀਅਲ ਹੈ, 골ਡ ਦੀ ਸਭ ਤੋਂ ਵੱਧ ਮੈਲੇਬਿਲਿਟੀ ਮੰਨੀ ਗਈ ਹੈ। ਅਗਲਾ ਹੈ ਸਿਲਵਰ, ਐਲਮੀਨੀਅਮ, ਕਾਪਰ, ਟਿਨ, ਪਲੈਟੀਨਮ, ਲੈਡ, ਜ਼ਿੰਕ, ਆਇਰਨ ਐਂਡ ਨਿਕਲ। ਨਿਕਲ ਉਹ ਮਟੀਰੀਅਲ ਹੈ ਜਿਸ ਦੀ ਮੈਲੇਬਿਲਿਟੀ ਸਭ ਤੋਂ ਘੱਟ ਮੰਨੀ ਗਈ ਹੈ। ਨੈਕਸਟ ਜੋ ਮਟੀਰੀਅਲ ਦੀ ਪ੍ਰੋਪਰਟੀ ਸਾਡੇ ਕੋਲ ਸਾਹਮਣੇ ਆ ਰਹੀ ਹੈ ਉਹ ਹੈ ਹਾਰਡਨੈਸ। ਹਾਰਡਨੈਸ ਮਟੀਰੀਅਲ ਦੀ ਉਹ ਪ੍ਰੋਪਰਟੀ ਹੈ ਜੋ ਕਿਸੇ ਵੀ ਤਰ੍ਹਾਂ ਦੀ ਸਕ੍ਰੈਚਿੰਗ, ਅਬਰੈਸ਼ਨ, ਸਰਫੇਸ ਵੀਅਰ, ਇੰਡੈਂਟੇਸ਼ਨ ਨੂੰ ਰਜਿਸਟ ਕਰਨ ਦੇ ਲਈ ਰਿਸਪੌਂਸੀਬਲ ਹੁੰਦੀ ਹੈ। ਤਾਂ ਉਸ ਪ੍ਰੋਪਰਟੀ ਨੂੰ ਅਸੀਂ ਆਖਦੇ ਹਾਂ ਹਾਰਡਨੈਸ। ਜਿਵੇਂ ਕਿ ਮੇਰੇ ਕੋਲ ਕੋਈ ਮਟੀਰੀਅਲ ਹੈ ਔਰ ਉਸ ਦੇ ਉੱਤੇ ਮੈਂ ਸਕਰੈਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਉਹਦੇ 'ਤੇ ਕੁਝ ਲੋਡ ਪਾ ਰਿਹਾ ਹਾਂ, ਤਾਂ ਉਹਦੇ 'ਤੇ ਕਿੰਨਾ ਮੇਰਾ ਇੰਡੈਂਟ ਹੋ ਪਾ ਰਿਹਾ, ਕਿੰਨਾ ਮੇਰਾ ਉਹਦੇ 'ਤੇ ਸਕਰੈਚ ਈਜ਼ੀਲੀ ਹੋ ਪਾ ਰਿਹਾ, ਉਨੀ ਉਸ ਮਟੀਰੀਅਲ ਦੀ ਹਾਰਡਨੈਸ ਘੱਟ ਹੋਏਗੀ। ਪਰ ਜਿੰਨਾ ਮੈਂ ਮਟੀਰੀਅਲ ਦੇ ਉੱਤੇ ਸਕਰੈਚਿੰਗ ਘੱਟ ਤੋਂ ਘੱਟ ਕਰ ਪਾ ਰਿਹਾ ਤਾਂ ਉਨੀ ਮੇਰੀ ਉਸ ਮਟੀਰੀਅਲ ਦੀ ਹਾਰਡਨੈਸ ਜੋ ਹੈ ਉਹ ਜ਼ਿਆਦਾ ਹੋਏਗੀ। ਐਗਜ਼ਾਮਪਲ ਦੇ ਤੌਰ ਦੇ ਉੱਤੇ ਕੁਝ ਜਿਵੇਂ ਇੱਥੇ ਐਗਜ਼ਾਮਪਲ ਦਿੱਤੇ ਨੇ, ਕਹਿੰਦੇ ਗਲਾਸ ਹੈ, ਕਾਸਟ ਆਇਰਨ ਹੈ, ਡਾਇਮੰਡ ਹੈ। ਇਹ ਕੁਝ ਮੇਰੇ ਮਟੀਰੀਅਲਸ ਨੇ ਜਿਨ੍ਹਾਂ ਦੀ ਹਾਰਡਨੈਸ ਬਹੁਤ ਜ਼ਿਆਦਾ ਮੰਨੀ ਗਈ ਹੈ। ਐਗਜ਼ਾਮਪਲ ਦੇ ਤੌਰ ਦੇ ਉੱਤੇ ਇਹ ਕੁਝ ਅਸੀਂ ਦੇਖੇ ਨੇ। ਹਾਰਡਨੈਸ ਇਜ਼ ਡਿਜ਼ਾਇਰੇਬਲ ਪ੍ਰੋਪਰਟੀ ਇਨ ਮੈਨੀ ਕਟਿੰਗ ਟੂਲਸ। ਇਸ ਦੀ ਜੋ ਲੋੜ ਹੈ ਉਹ ਆਪਣੇ ਕੋਲ ਕਟਿੰਗ ਟੂਲਸ ਦੇ ਵਿੱਚ ਬਹੁਤ ਜ਼ਿਆਦਾ ਪੈਂਦੀ ਹੈ ਔਰ ਇਸ ਨੂੰ ਅਸੀਂ ਇੰਪਰੂਵ ਕਰ ਸਕਦੇ ਹਾਂ ਹੀਟ ਟਰੀਟਮੈਂਟ ਦੇ ਦੁਆਰਾ। ਔਰ ਇਸ ਦੀ ਜੋ ਇੰਡੀਪੈਂਡੈਂਸ ਹੈ ਉਹ ਵੇਟ ਦੇ ਨਾਲ ਹੈ ਕਿ ਵੇਟ ਦੇ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਿ ਸਪੋਜ਼ ਕਿਸੇ ਵੀ ਮਟੀਰੀਅਲ ਦਾ ਕੋਈ ਵੇਟ ਘੱਟ ਹੈ, ਵੱਧ ਹੈ, ਤਾਂ ਉਸ ਦੇ ਵੇਟ ਦੇ ਨਾਲ ਇਸ ਦੀ ਹਾਰਡਨੈਸ ਦਾ ਕੋਈ ਲੈਣਾ ਦੇਣਾ ਨਹੀਂ ਮੰਨਿਆ ਗਿਆ। ਨੈਕਸਟ ਪ੍ਰੋਪਰਟੀ ਇਜ਼ ਟਫਨੈਸ। ਟਫਨੈਸ ਮਟੀਰੀਅਲ ਦੀ ਉਹ ਪ੍ਰੋਪਰਟੀ ਹੈ ਜੋ ਕਿ ਰੈਜ਼ਿਸਟੈਂਸ ਆਫਰ ਕਰਦੀ ਹੈ ਫ੍ਰੈਕਚਰ ਤੋਂ ਅੰਡਰ ਸ਼ੌਕ ਲੋਡ ਔਰ ਇੰਪੈਕਟ ਲੋਡ ਸਚ ਐਜ਼ ਹੈਮਰ ਬਲੋ ਇਜ਼ ਕਾਲਡ ਇਟਸ ਟਫਨੈਸ। ਕਿ ਸਪੋਜ਼ ਜਦੋਂ ਅਸੀਂ ਕਿਸੇ ਵੀ ਮਟੀਰੀਅਲ ਦੇ ਉੱਤੇ ਇੰਪੈਕਟ ਲੋਡ ਪਾਉਂਦੇ ਹਾਂ, ਸ਼ੌਕ ਲੋਡ ਪਾਉਂਦੇ ਹਾਂ, ਜਿਵੇਂ ਕਿ ਅਸੀਂ ਹਥੌੜੇ ਦੇ ਨਾਲ ਕਿਸੇ ਮਟੀਰੀਅਲ ਨੂੰ ਕੁੱਟਣਾ ਹੋਵੇ, ਤਾਂ ਉਸ ਟਾਈਮ ਜਿੰਨਾ ਮਟੀਰੀਅਲ ਰੈਜ਼ਿਸਟੈਂਸ ਪ੍ਰੋਵਾਈਡ ਕਰੇਗਾ ਕਿ ਉਸ ਦੇ ਅੰਦਰ ਕੋਈ ਫ੍ਰੈਕਚਰ ਨਾ ਹੋਵੇ, ਤਾਂ ਉਸ ਨੂੰ ਅਸੀਂ ਕਾਊਂਟ ਕਰਦੇ ਹਾਂ ਟਫਨੈਸ। ਟਫਨੈਸ ਨੂੰ ਅਸੀਂ ਇੱਕ ਹੋਰ ਤਰੀਕੇ ਦੇ ਨਾਲ ਐਕਸਪਲੇਨ ਕਰ ਸਕਦੇ ਹਾਂ। ਕਹਿੰਦੇ ਇਹ ਮਟੀਰੀਅਲ ਦੀ ਉਹ ਪ੍ਰੋਪਰਟੀ ਹੈ ਜਿਸ ਦੇ ਕਰਕੇ ਕੋਈ ਵੀ ਮਟੀਰੀਅਲ ਬੈਂਡਿੰਗ ਜਾਂ ਟੋਰਸ਼ਨ ਨੂੰ ਸਹਾਰ ਸਕਦਾ ਹੈ ਰਪਚਰ ਹੋਣ ਤੋਂ ਪਹਿਲਾਂ, ਟੁੱਟਣ ਤੋਂ ਪਹਿਲਾਂ। ਕਿ ਸਪੋਜ਼ ਕਿਸੇ ਮਟੀਰੀਅਲ ਦੇ ਉੱਤੇ ਅਸੀਂ ਕੁਝ ਲੋਡ ਪਾਇਆ, ਉਸ ਮਟੀਰੀਅਲ ਦੇ ਉੱਤੇ ਬੈਂਡਿੰਗ ਹੋਣਾ ਸਟਾਰਟ ਹੋ ਗਿਆ ਜਾਂ ਉਸ ਦੇ ਉੱਤੇ ਅਸੀਂ ਕੋਈ ਟਵਿਸਟਿੰਗ ਫੋਰਸਿਸ ਲਗਾਈਆਂ ਜਿਹਦੇ ਕਰਕੇ ਉਹਦੇ ਅੰਦਰ ਟੋਰਸ਼ਨ ਹੋਣੀ ਸਟਾਰਟ ਹੋ ਗਈ, ਤਾਂ ਉਸ ਟਾਈਮ ਮੈਕਸਿਮਮ ਉਹਦੇ ਅੰਦਰ ਕਿੰਨੀਆਂ ਸਟ੍ਰੈਸਿਸ ਡਿਵੈਲਪ ਹੋ ਸਕਦੀਆਂ ਨੇ ਟੁੱਟਣ ਤੋਂ ਪਹਿਲਾਂ, ਤਾਂ ਉਹਦੀ ਉਹ ਐਬਿਲਿਟੀ ਨੂੰ ਅਸੀਂ ਕਾਊਂਟ ਕਰਦੇ ਹਾਂ ਟਫਨੈਸ। ਜੋ ਟਫਨੈਸ ਹੈ ਇਹ ਮਟੀਰੀਅਲ ਦੀ ਗੁੱਡ ਟੈਨਸਿਟੀ ਅਤੇ ਗੁੱਡ ਡਕਟਿਲਿਟੀ ਨੂੰ ਪੋਸੈਸ ਕਰਦੀਆਂ ਨੇ। ਕਿ ਜੋ ਆਪਣੇ ਕੋਲ ਟਫਨੈਸ ਹੈ ਇਹ ਡਿਕਰੀਜ਼ ਹੁੰਦੀ ਹੈ ਮਟੀਰੀਅਲ ਜਦੋਂ ਅਸੀਂ ਹੀਟ ਕਰਦੇ ਹਾਂ। ਦ ਅਮਾਊਂਟ ਆਫ ਐਨਰਜੀ ਸਟੋਰਡ ਬਿਫੋਰ ਦ ਰਪਚਰ ਇਜ਼ ਕਾਲਡ ਇਜ਼ ਮੇਜ਼ਰ ਆਫ ਦ ਟਫਨੈਸ। ਕਿ ਜੋ ਅਮਾਊਂਟ ਦੀ ਐਨਰਜੀ ਆਪਣੇ ਕੋਲ ਰਪਚਰ ਤੋਂ ਪਹਿਲਾਂ ਕਿਸੇ ਮਟੀਰੀਅਲ ਦੇ ਵਿੱਚ ਸਮਾ ਜਾਂਦੀ ਹੈ, ਅਬਜ਼ੋਰਬ ਹੋ ਜਾਂਦੀ ਹੈ, ਉਸ ਨੂੰ ਅਸੀਂ ਟਫਨੈਸ ਕਾਊਂਟ ਕਰਦੇ ਹਾਂ। ਐਗਜ਼ਾਮਪਲ ਦੇ ਤੌਰ ਦੇ ਉੱਤੇ ਮਟੀਰੀਅਲਸ ਲਾਈਕ ਗਲਾਸ, ਮੈਟਲ ਲਾਈਕ ਲੈਡ ਐਂਡ ਕੋਲਡ ਵਰਕ ਸਟੀਲ ਹੈਵ ਪੂਅਰ ਟਫਨੈਸ। ਕਿ ਜਿਵੇਂ ਸਾਡੇ ਕੋਲ ਗਲਾਸ ਹੈ ਜਾਂ ਸਾਡੇ ਕੋਲ ਕੁਝ ਮੈਟਲਸ ਨੇ ਜਿਵੇਂ ਕਿ ਲੈਡ ਹੈ ਜਾਂ ਕੋਲਡ ਵਰਕ ਸਟੀਲ ਹੈ, ਇਹਨਾਂ ਦੀ ਜੋ ਟਫਨੈਸ ਹੈ ਬਹੁਤ ਹੀ ਮਾੜੀ ਮੰਨੀ ਗਈ ਹੈ, ਘੱਟ ਮੰਨੀ ਗਈ ਹੈ। ਪਰ ਇਸ ਦੇ ਵਿਪਰੀਤ ਜਿਹੜੇ ਕੋਈ ਕੁਝ ਸਾਡੇ ਕੋਲ ਮੈਟਲਸ ਨੇ ਜਿਵੇਂ ਕਿ ਰੌਟ ਆਇਰਨ ਹੈ, ਲੋ ਕਾਰਬਨ ਸਟੀਲ ਹੈ, ਇਹਨਾਂ ਦੀ ਟਫਨੈਸ ਬਹੁਤ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ। ਨੈਕਸਟ ਜੋ ਸਾਡੇ ਕੋਲ ਪ੍ਰੋਪਰਟੀ ਆ ਰਹੀ ਹੈ ਉਹ ਹੈ ਕਰੀਪ। ਕਰੀਪ ਮਟੀਰੀਅਲ ਦੀ ਉਹ ਪ੍ਰੋਪਰਟੀ ਮੰਨੀ ਗਈ ਹੈ ਜਦੋਂ ਕਿਸੇ ਵੀ ਮਟੀਰੀਅਲ ਦੇ ਉੱਤੇ ਲੰਬੇ ਸਮੇਂ ਦੇ ਲਈ ਹਾਈ ਟੈਂਪਰੇਚਰ ਦਾ ਪ੍ਰਭਾਵ ਪੈਂਦਾ ਹੈ, ਤਾਂ ਉਸ ਟਾਈਮ ਉਸ ਮਟੀਰੀਅਲ ਦੇ ਅੰਦਰ ਹੌਲੀ ਹੌਲੀ ਸਟੈਪ ਬਾਏ ਸਟੈਪ, ਮਹੀਨੇ ਦਰ ਮਹੀਨੇ, ਸਾਲ ਦਰ ਸਾਲ ਉਸ ਦੇ ਅੰਦਰ ਕੁਝ ਛੋਟੇ ਦਰ ਤੋਂ ਵੱਡੇ ਦਰ ਤੱਕ ਪਲਾਸਟਿਕ ਡਿਫੋਰਮੇਸ਼ਨ ਹੋਣੀ ਸਟਾਰਟ ਹੋ ਜਾਂਦੀ ਹੈ। ਤਾਂ ਜਦੋਂ ਇਸ ਤਰੀਕੇ ਦੇ ਨਾਲ ਮਟੀਰੀਅਲ ਦੇ ਵਿੱਚ ਕੁਝ ਡਿਫੋਰਮੇਸ਼ਨ ਆਉਣੀ ਸਟਾਰਟ ਹੋ ਜਾਂਦੀ ਹੈ, ਜਿਹੜੀ ਕਿ ਪਲਾਸਟਿਕ ਡਿਫੋਰਮੇਸ਼ਨ ਹੋਊਗੀ ਅਤੇ ਸਲੋ ਰੇਟ ਹੋਊਗਾ ਲੰਬੇ ਸਮੇਂ ਦੇ ਵਾਸਤੇ, ਤਾਂ ਹਾਈ ਟੈਂਪਰੇਚਰ ਦੇ ਅੰਦਰ, ਤਾਂ ਉਸ ਫਿਨੋਮੀਨਾ ਨੂੰ, ਉਸ ਪ੍ਰੋਪਰਟੀ ਨੂੰ ਅਸੀਂ ਆਖਦੇ ਹਾਂ ਕਰੀਪ। ਇਹ ਜੋ ਕਰੀਪ ਹੈ ਇਸ ਦੇ ਕਰਕੇ ਆਪਣੇ ਕੋਲ ਜੋ ਮਟੀਰੀਅਲ ਹੈ
ਉਹ ਕਾਫੀ ਹੱਦ ਤੱਕ ਖਰਾਬ ਹੋ ਜਾਂਦਾ ਹੈ, ਜਿਸ ਨੂੰ ਸਮੇਂ ਸਿਰ ਫਿਰ ਸਾਨੂੰ ਬਦਲਣ ਦੀ ਲੋੜ ਪੈਂਦੀ ਹੈ। ਜਿਵੇਂ ਕਿ ਅਸੀਂ ਦੇਖਦੇ ਹਾਂ ਅਗਲੇ ਸਟੈਪ ਦੇ ਵਿੱਚ ਦੱਸਿਆ ਗਿਆ ਹੈ, ਡਿਊ ਟੂ ਕਰੀਪ ਹਾਈ ਅਮਾਊਂਟ ਆਫ ਟੈਂਪਰੇਚਰ ਸਟ੍ਰੈਸਿਸ ਆਰ ਡਿਵੈਲਪ ਇਨ ਦਾ ਮਟੀਰੀਅਲ, ਕਿ ਕਰੀਪ ਦੇ ਕਰਕੇ ਸਾਡੇ ਕੋਲ ਹਾਈ ਟੈਂਪਰੇਚਰ ਸਟ੍ਰੈਸਿਸ ਜਿਹੜੀਆਂ ਨੇ ਉਹ ਮਟੀਰੀਅਲ ਦੇ ਵਿੱਚ ਡਿਵੈਲਪ ਹੋਣੀਆਂ ਸਟਾਰਟ ਹੋ ਜਾਂਦੀਆਂ ਨੇ, ਜਿਹਦੇ ਕਰਕੇ ਸਾਨੂੰ ਮਟੀਰੀਅਲ ਨੂੰ ਉਸ ਪਰਟੀਕੂਲਰ ਪਾਰਟ ਨੂੰ ਕੰਪੋਨੈਂਟ ਨੂੰ ਬਦਲਣਾ ਹੀ ਪਵੇਗਾ। ਨੈਕਸਟ ਉਹ ਗੱਲ ਕਰ ਰਿਹਾ ਹੈ ਕਿ ਜੋ ਕਰੀਪ ਹੈ ਇਹ ਰੂਮ ਟੈਂਪਰੇਚਰ ਦੇ ਵੀ ਸਾਡੇ ਕੋਲ ਸਾਹਮਣੇ ਆ ਸਕਦੀ ਹੈ। ਕਹਿੰਦਾ ਕਰੀਪ ਮੇ ਅਕਰ ਇਨ ਲੈਡ ਪਾਈਪਸ, ਰੂਫਿੰਗ ਐਂਡ ਵਾਈਟ ਮੈਟਲ ਬੀਅਰਿੰਗਸ ਐਟ ਰੂਮ ਟੈਂਪਰੇਚਰ, ਕਿ ਰੂਮ ਟੈਂਪਰੇਚਰ ਦੇ ਉੱਤੇ ਜੋ ਅਸੀਂ ਕੁਝ ਮਟੀਰੀਅਲਸ ਦੇ ਬਾਰੇ ਗੱਲ ਕੀਤੀ ਹੈ, ਲੈਡ ਪਾਈਪਸ ਦੇ ਵਿੱਚ ਹੋ ਗਈ, ਰੂਫਿੰਗ ਦੇ ਵਿੱਚ ਹੋ ਗਈ, ਜਾਂ ਵਾਈਟ ਮੈਟਲ ਬੀਅਰਿੰਗਸ ਹੋ ਗਏ, ਇਹਨਾਂ ਦੇ ਵਿੱਚ ਵੀ ਕਰੀਪ ਦੇ ਹੋਣ ਦੇ ਚਾਂਸਿਸ ਕਾਫੀ ਜ਼ਿਆਦਾ ਹੁੰਦੇ ਨੇ। ਤੇ ਦੂਸਰੀ ਸਾਈਡ ਤੇ ਹਾਈ ਟੈਂਪਰੇਚਰਸ ਦੀ ਉਹ ਗੱਲ ਕਰ ਰਿਹਾ ਕਿ ਜਦੋਂ ਹਾਈ ਟੈਂਪਰੇਚਰ ਹੋਵੇ ਤੇ ਸਟੈਟਿਕ ਆਪਣੇ ਕੋਲ ਸਟ੍ਰੈਸਿਸ ਹੋਣ, ਮਕੈਨਿਕ ਸਟ੍ਰੈਸਿਸ ਹੋਣ, ਤਾਂ ਇਹ ਜੋ ਹੈ ਕਰੀਪ ਇਹ ਆਪਣੇ ਕੋਲ ਕੁਝ ਕੰਪੋਨੈਂਟਸ ਦੇ ਵਿੱਚ ਪਾਈ ਜਾਂਦੀ ਹੈ, ਖਾਸ ਤੌਰ ਦੇ ਉੱਤੇ ਜਿਵੇਂ ਕਿ ਸਾਡੇ ਕੋਲ ਗੈਸ ਟਰਬਾਈਨਸ ਨੇ, ਜੈਟ ਇੰਜਨਸ ਨੇ, ਸਟੀਮ ਜਨਰੇਟਰਸ ਨੇ, ਏਅਰਕ੍ਰਾਫਟਸ ਹੋ ਗਏ, ਰਾਕੇਟਸ ਹੋ ਗਏ, ਆਇਲ ਸਟੀਮ ਕੈਮੀਕਲ ਪਲਾਂਟਸ ਐਂਡ ਆਈਸੀ ਇੰਜਨਸ ਐਂਡ ਬੋਇਲਰਸ। ਇਹ ਸਾਡੇ ਕੋਲ ਕੁਝ ਐਗਜ਼ਾਮਪਲਸ ਨੇ ਜਿੱਥੇ ਆਪਣੇ ਕੋਲ ਕਰੀਪ ਦਾ ਹੋਣਾ ਪਾਇਆ ਜਾਂਦਾ ਹੈ। ਨੈਕਸਟ ਸਾਨੂੰ ਕੋਲ ਇੱਕ ਨੋਟ ਬਣਾ ਕੇ ਦਿੱਤਾ ਹੋਇਆ, ਕਹਿੰਦਾ ਇਟ ਇਜ਼ ਓਬਜ਼ਰਵਡ ਦੈਟ ਕੋਰਸ ਗ੍ਰੇਨ ਸਟਰਕਚਰਸ ਹੈਵ ਬੈਟਰ ਕਰੀਪ ਰੈਜ਼ਿਸਟੈਂਸ ਦੈਨ ਦਾ ਫਾਈਨ ਗ੍ਰੇਨ ਸਟਰਕਚਰਸ, ਕਿ ਜਿਹੜੇ ਆਪਣੇ ਕੋਲ ਕੁਝ ਸਟਰਕਚਰਸ, ਜਿਹੜੇ ਕੁਝ ਕੰਪੋਨੈਂਟਸ ਸਾਡੇ ਕੋਲ ਕੋਰਸ ਗ੍ਰੇਨ ਸਟਰਕਚਰ ਦੇ ਬਣੇ ਹੋਣ, ਉਹਨਾਂ ਦੇ ਵਿੱਚ ਜੋ ਕਰੀਪ ਦੀ ਰੈਜ਼ਿਸਟੈਂਸ ਹੈ ਉਹ ਸਾਡੇ ਕੋਲ ਜ਼ਿਆਦਾ ਮੰਨੀ ਗਈ ਹੈ ਦੈਨ ਦਾ ਫਾਈਨ ਗ੍ਰੇਨ ਸਟਰਕਚਰਸ। ਨੈਕਸਟ ਜੋ ਸਾਡੇ ਕੋਲ ਪ੍ਰੋਪਰਟੀ ਆ ਰਹੀ ਹੈ ਦੈਟ ਇਜ਼ ਫਟੀਗ। ਹੁਣ ਫਟੀਗ ਸਾਡੇ ਕੋਲ ਕਿਸੇ ਵੀ ਮਟੀਰੀਅਲ ਦਾ ਫੇਲੀਅਰ ਦਾ ਉਹ ਫਿਨੋਮੀਨਾ ਹੈ ਜਿਸ ਦੇ ਕਰਕੇ ਕਿਸੇ ਵੀ ਮਟੀਰੀਅਲ ਦੇ ਅੰਦਰ ਫ੍ਰੈਕਚਰਸ ਆਉਣੇ ਸਟਾਰਟ ਹੋ ਜਾਂਦੇ ਹਨ, ਜਿਵੇਂ ਕਿ ਸਾਡੇ ਮੈਟਲਸ ਨੇ ਜਾਂ ਮੈਟਲਸ ਦੇ ਅਲੋਇਜ਼ ਨੇ। ਉਹ ਕਿਸ ਦੇ ਕਰਕੇ ਹੁੰਦੇ ਨੇ? ਅੰਡਰ ਰਿਪੀਟਿਡ ਫਲਕਚੁਏਟਿੰਗ ਐਂਡ ਅਲਟਰਨੇਟਿੰਗ ਲੋਡਸ ਔਰ ਸਟ੍ਰੈਸਿਸ, ਕਿ ਜਦੋਂ ਕਿਸੇ ਵੀ ਮਟੀਰੀਅਲ ਦੇ ਉੱਤੇ ਰਿਪੀਟਿਡ ਜਾਂ ਜਿਹਨੂੰ ਆਪਾਂ ਫਲਕਚੁਏਟਿੰਗ ਕਹਿ ਦਿੰਦੇ ਹਾਂ, ਰਿਪੀਟਿਡ ਵਾਰੀ ਫਲਕਚੁਏਟਿੰਗ ਲੋਡ ਲੱਗੇ ਜਾਂ ਅਲਟਰਨੇਟਿੰਗ ਲੋਡਸ, ਕਦੇ ਵੱਧ ਕਦੇ ਘੱਟ, ਇਸੇ ਤਰ੍ਹਾਂ ਦੇ ਸਟ੍ਰੈਸਿਸ ਦਾ ਜਦੋਂ ਡਿਵੈਲਪ ਹੋਣਾ ਹੋਵੇ ਮਟੀਰੀਅਲਸ ਦੇ ਉੱਤੇ, ਟੂ ਸਮਾਲ ਟੂ ਪ੍ਰੋਡਿਊਸ ਪਰਮਾਨੈਂਟ ਡਿਫੋਰਮੇਸ਼ਨ ਵੈਨ ਅਪਲਾਈਡ ਸਟੈਟਿਕਲੀ, ਕਿ ਜਦੋਂ ਆਪਣੇ ਕੋਲ ਇਸ ਤਰੀਕੇ ਦਾ ਲੋਡ ਮਟੀਰੀਅਲ ਦੇ ਉੱਤੇ ਪਵੇ ਜਿਹਦੇ ਕਰਕੇ ਆਪਣੇ ਕੋਲ ਪਰਮਾਨੈਂਟ ਡਿਫੋਰਮੇਸ਼ਨ ਉਸ ਦੇ ਅੰਦਰ ਆਉਣੀ ਸਟਾਰਟ ਹੋ ਜਾਵੇ। ਜਿਵੇਂ ਕਿ ਅਸੀਂ ਕਰੀਪ ਦੇ ਕੇਸ ਦੇ ਵਿੱਚ ਦੇਖਿਆ ਕਿ ਜਦੋਂ ਮਟੀਰੀਅਲ ਦੇ ਅੰਦਰ ਕੁਝ ਪਰਮਾਨੈਂਟ ਡਿਫੋਰਮੇਸ਼ਨ ਆਉਣੀ ਸਟਾਰਟ ਹੋ ਜਾਵੇ, ਪਰ ਉੱਥੇ ਕੰਡੀਸ਼ਨ ਸੀ ਹਾਈ ਟੈਂਪਰੇਚਰ ਦੀ ਔਰ ਕੌਨਸਟੈਂਟ ਲੋਡਿੰਗ ਦੀ, ਪਰ ਇੱਥੇ ਕੀ ਹੋਏਗਾ, ਸਾਡੇ ਕੋਲ ਫਲਕਚੁਏਟਿੰਗ ਰਿਪੀਟਿਡ ਲੋਡਸ ਹੋਣਗੇ, ਰਿਪੀਟਿਡ ਸਟ੍ਰੈਸਿਸ ਹੋਣਗੀਆਂ, ਤਾਂ ਉਦੋਂ ਸਾਡੇ ਕੋਲ ਜਦੋਂ ਮਟੀਰੀਅਲ ਦੇ ਅੰਦਰ ਕੁਝ ਫੇਲੀਅਰਸ ਆਉਣੇ ਸਟਾਰਟ ਹੋ ਜਾਂਦੇ ਆ ਤਾਂ ਉਹਨਾਂ ਨੂੰ ਅਸੀਂ ਕਾਊਂਟ ਕਰਦੇ ਹਾਂ ਦੈਟ ਇਜ਼ ਫਟੀਗ। ਅਗਲੀ ਉਹ ਗੱਲ ਕਰ ਰਿਹਾ ਹੈ ਕਿ ਮੈਟਲਸ ਦੇ ਕੇਸ ਦੇ ਵਿੱਚ ਆਪਣੇ ਕੋਲ ਇੱਕ ਵੈਲ ਡਿਫਾਈਨਡ ਵੈਲਿਊ ਆਫ ਸਟ੍ਰੈਸ ਹੁੰਦੀ ਹੈ ਜਿਸ ਤੋਂ ਥੱਲੇ ਮਟੀਰੀਅਲ ਕਦੇ ਵੀ ਫੇਲ ਨਹੀਂ ਹੁੰਦਾ ਡਿਊ ਟੂ ਫਟੀਗ। ਜਿਵੇਂ ਕਿ ਅਸੀਂ ਹੁਣੀ ਦੇਖਿਆ ਕਿ ਫਟੀਗ ਦੇ ਅੰਦਰ ਜਦੋਂ ਮਟੀਰੀਅਲ ਫੇਲ ਹੁੰਦਾ ਹੈ ਤਾਂ ਰਿਪੀਟਿਡ ਲੋਡ ਲੱਗਣ ਕਰਕੇ ਹੁੰਦਾ ਹੈ, ਇਲਾਸਟਿਕ ਲਿਮਿਟ ਤੋਂ ਜਦੋਂ ਥੱਲੇ ਲੋਡ ਲੱਗਦੇ ਹਨ। ਤਾਂ ਆਪਣੇ ਕੋਲ ਜਦੋਂ ਇਲਾਸਟਿਕ ਲਿਮਿਟ ਤੋਂ ਥੱਲੇ ਇੱਕ ਪੁਆਇੰਟ ਡਿਸਾਈਡ ਕਰਤਾ ਕਿ ਇੱਥੋਂ ਤੱਕ ਜਿੰਨੀਆਂ ਵੀ ਸਾਡੇ ਕੋਲ ਸਟ੍ਰੈਸਿਸ ਡਿਵੈਲਪ ਹੋਣਗੀਆਂ ਮਟੀਰੀਅਲ ਦੇ ਵਿੱਚ ਰਿਪੀਟਿਡ ਲੋਡ ਲੱਗਣ ਕਰਕੇ, ਉਹਨਾਂ ਕਰਕੇ ਸਾਡਾ ਮਟੀਰੀਅਲ ਫੇਲ ਨਹੀਂ ਹੋਏਗਾ, ਉਹਨਾਂ ਦੀ ਜੋ ਇੱਕ ਸਟ੍ਰੈਸ ਵੈਲਿਊ ਅਸੀਂ ਡਿਫਾਈਨ ਕੀਤੀ ਹੈ ਉਸ ਨੂੰ ਅਸੀਂ ਕਾਊਂਟ ਕਰਦੇ ਹਾਂ ਦੈਟ ਇਜ਼ ਫਟੀਗ ਲਿਮਿਟ, ਜਾਂ ਜਿਹਨੂੰ ਅਸੀਂ ਐਂਡਿਊਰੈਂਸ ਲਿਮਿਟ ਵੀ ਆਖਦੇ ਹਾਂ, ਜਿਹੜੀ ਕਿ ਸਾਡੇ ਕੋਲ ਯੀਲਡ ਸਟ੍ਰੈਸ ਵੈਲਿਊ ਤੋਂ ਥੱਲੇ ਹੋਏਗੀ। ਨੈਕਸਟ ਪ੍ਰੋਪਰਟੀ ਆ ਰਹੀ ਹੈ ਸਾਡੇ ਕੋਲ ਰੈਜ਼ੀਲੈਂਸ। ਇਹ ਮਟੀਰੀਅਲ ਦੀ ਉਹ ਪ੍ਰੋਪਰਟੀ ਹੈ ਜਿਸ ਦੇ ਕਰਕੇ ਕੋਈ ਵੀ ਮਟੀਰੀਅਲ ਆਪਣੇ ਅੰਦਰ ਵੱਧ ਤੋਂ ਵੱਧ એનર્ਜੀ ਸਟੋਰ ਕਰ ਸਕਦਾ ਹੈ, ਬਟ ਇੱਕ ਕੰਡੀਸ਼ਨ ਹੈ ਵਿਦ ਇਨ ਦਾ ਇਲਾਸਟਿਕ ਲਿਮਿਟ, ਕਿ ਇਲਾਸਟਿਕ ਲਿਮਿਟ ਦੇ ਅੰਦਰ ਕੋਈ ਵੀ ਮਟੀਰੀਅਲ ਕਿੰਨੀ ਮੈਕਸਿਮਮ ਟੂ ਮੈਕਸਿਮਮ એનર્ਜੀ ਸਟੋਰ ਕਰ ਪਾ ਸਕਦਾ ਹੈ, ਉਹਨੂੰ ਅਸੀਂ ਕਾਊਂਟ ਕਰਦੇ ਹਾਂ ਰੈਜ਼ੀਲੈਂਸ। ਔਰ ਉਹ ਜਿਹੜੀ એનર્ਜੀ ਆਪਣੇ ਅੰਦਰ ਸਟੋਰ ਕਰ ਸਕਦਾ ਹੈ ਉਹ ਕਦੇ ਕਰਕੇ ਹੋ ਸਕਦੀ ਹੈ ਦੈਟ ਇਜ਼ ਰਜਿਸਟ ਸ਼ੌਕ ਤੇ ਇੰਪੈਕਟ ਕਰਕੇ। ਕੀ ਕਹਿਣ ਦਾ ਮਤਲਬ, ਜਦੋਂ ਕਿਸੇ ਵੀ ਮਟੀਰੀਅਲ ਤੇ ਕੁਝ ਲੋਡ ਪਾਇਆ, ਇੰਪੈਕਟ ਲੋਡ ਪਾਇਆ, ਜਾਂ ਆਪਾਂ ਉਹਦੇ ਤੇ ਕੁਝ ਸ਼ੌਕ ਲੋਡ ਪਾਇਆ, ਤਾਂ ਉਹਨੂੰ ਜੋ ਰਜਿਸਟ ਕਰਨ ਦੇ ਦੌਰਾਨ ਉਸ ਮਟੀਰੀਅਲ ਨੇ ਆਪਣੀ ਕੁਝ એનર્ਜੀ ਸਟੋਰ ਕਰ ਲਈ ਆਪਣੇ ਅੰਦਰ, ਉਸ ਨੂੰ ਅਸੀਂ ਕਾਊਂਟ ਕਰਦੇ ਹਾਂ ਰੈਜ਼ੀਲੈਂਸ। ਦਿਸ ਪ੍ਰੋਪਰਟੀ ਇਜ਼ ਡਿਜ਼ਾਇਰੇਬਲ ਇਨ ਮਟੀਰੀਅਲਸ ਯੂਜ਼ਡ ਫॉर ਸਪਰਿੰਗਸ, ਕਿ ਇਹ ਪ੍ਰੋਪਰਟੀ ਬਹੁਤ ਹੀ ਉੱਤਮ ਮੰਨੀ ਗਈ ਹੈ ਜਦੋਂ ਅਸੀਂ ਮਟੀਰੀਅਲਸ ਤੋਂ ਸਪਰਿੰਗਸ ਨੂੰ ਡਿਜ਼ਾਈਨ ਕਰਨਾ ਹੋਵੇ। ਰੈਜ਼ੀਲੈਂਸ ਇਜ਼ ਆਲਸੋ ਨੋਨ ਐਜ਼ ਸਟ੍ਰੇਨ એનર્ਜੀ, ਇਸ ਨੂੰ ਅਸੀਂ ਸਟ੍ਰੇਨ એનર્ਜੀ ਵੀ ਆਖਦੇ ਹਾਂ। ਨੈਕਸਟ ਇੱਕ ਛੋਟੀ ਜਿਹੀ ਟਰਮ ਹੋਰ ਸਾਡੇ ਕੋਲ ਆ ਰਹੀ ਹੈ, ਰੈਜ਼ੀਲੈਂਸ ਦਾ ਹੀ ਪਾਰਟ ਹੈ, ਉਹ ਹੈ ਪ੍ਰੂਫ ਰੈਜ਼ੀਲੈਂਸ।
ये अपने कोल ਉਹ ਅਮਾਊਂਟ ਦੀ એનર્ਜੀ ਸਟੋਰਿੰਗ ਕਪੈਸਿਟੀ ਹੈ ਜਿਹੜੀ ਕਿ ਅਪ ਟੂ ਇਲਾਸਟਿਕ ਲਿਮਿਟ ਹੋਵੇ। ਇੱਥੇ ਸ਼ਬਦਾਂ ਦੀ ਥੋੜੀ ਜਿਹੀ ਹੇਰ-ਫੇਰ ਆ। ਰੈਜ਼ੀਲੈਂਸ ਦੇ ਕੇਸ ਦੇ ਵਿੱਚ ਦੇਖਿਆ ਕਿ ਵਿਦ ਇਨ ਦਾ ਇਲਾਸਟਿਕ ਲਿਮਿਟ, ਪਰ ਇੱਥੇ ਹੈ ਅਪ ਟੂ ਦਾ ਇਲਾਸਟਿਕ ਲਿਮਿਟ। ਬਸ ਇੰਨਾ ਕੀ ਫਰਕ ਹੈ ਪ੍ਰੂਫ ਰੈਜ਼ੀਲੈਂਸ ਤੇ ਰੈਜ਼ੀਲੈਂਸ ਦੇ ਵਿੱਚ। ਨੈਕਸਟ ਪ੍ਰੋਪਰਟੀ ਇਜ਼ ਟੈਨਸਿਟੀ, the property of material in which the material resist the breakage and fracture under the application of applied load। कि ਸਿੰਪਲੀ ਜਦੋਂ ਕਿਸੇ ਮਟੀਰੀਅਲ ਦੇ ਉੱਤੇ ਅਸੀਂ ਕੁਝ ਐਕਸਟਰਨਲ ਫੋਰਸਿਸ ਐਕਸਟਰਨਲ ਲੋਡ ਅਪਲਾਈ ਕਰੀਏ ਤਾਂ ਉਹ ਮਟੀਰੀਅਲ ਕਿੰਨਾ ਵੱਧ ਤੋਂ ਵੱਧ ਉਹ ਮਟੀਰੀਅਲ ਦਾ ਕਪੈਸਿਟੀ ਹੈ ਕਿ ਉਹ ਕਿੰਨਾ ਭਾਰ ਸਹਿ ਸਕਦਾ ਹੈ, ਕਿੰਨਾ ਉਸ ਦਾ ਜੋ ਬ੍ਰੇਕੇਜ ਜਾਂ ਫ੍ਰੈਕਚਰ ਲੋਡ ਜੋ ਅਸੀਂ ਐਕਸਟਰਨਲ ਪਾ ਰਹੇ ਹਾਂ ਉਹਨੂੰ ਕਿੰਨਾ ਰੈਜ਼ਿਸਟੈਂਸ ਪ੍ਰੋਵਾਈਡ ਕਰ ਸਕਦਾ ਹੈ, ਉਹਨੂੰ ਅਸੀਂ ਕਾਊਂਟ ਕਰਦੇ ਹਾਂ ਟੈਨਸਿਟੀ। ਨੈਕਸਟ ਪ੍ਰੋਪਰਟੀ ਹੈ ਮਸ਼ੀਨੇਬਿਲਿਟੀ, the property of material by which the material can be easily machined or cut produced a desirable shape or size। ਕਿ ਜਦੋਂ ਅਸੀਂ ਕਿਸੇ ਮਟੀਰੀਅਲ ਨੂੰ ਈਜ਼ੀਲੀ ਕਿੰਨੇ ਈਜ਼ੀਲੀ ਉਸ ਮਟੀਰੀਅਲ ਨੂੰ ਮਸ਼ੀਨ ਕਰ ਸਕਦੇ ਹਾਂ ਜਾਂ ਕਿੰਨੇ ਈਜ਼ੀਲੀ ਉਸ ਨੂੰ ਅਸੀਂ ਕੱਟ ਕਰ ਸਕਦੇ ਹਾਂ ਕਿ ਜੋ ਸਾਡੇ ਕੋਲ ਡਿਜ਼ਾਇਰਡ ਸ਼ੇਪ ਹੈ ਜਾਂ ਸਾਈਜ਼ ਹੈ ਉਹ ਸਾਨੂੰ ਮਿਲ ਸਕੇ ਜਾਂ ਉਹ ਅਸੀਂ ਅਚੀਵ ਕਰ ਸਕੀਏ, ਉਸ ਪ੍ਰੋਪਰਟੀ ਨੂੰ ਅਸੀਂ ਕਾਊਂਟ ਕਰਦੇ ਹਾਂ ਮਸ਼ੀਨੇਬਿਲਿਟੀ। ਨੈਕਸਟ ਪ੍ਰੋਪਰਟੀ ਹੈ ਸਾਡੇ ਕੋਲ ਫਿਊਜ਼ੇਬਿਲਿਟੀ। ਫਿਊਜ਼ੇਬਿਲਿਟੀ ਮਟੀਰੀਅਲ ਦੀ ਉਹ ਪ੍ਰੋਪਰਟੀ ਹੈ ਜਿਸ ਦੇ ਕਰਕੇ ਕੋਈ ਵੀ ਮਟੀਰੀਅਲ ਜਦੋਂ ਉਸ ਨੂੰ ਹੀਟ ਕੀਤਾ ਜਾਂਦਾ ਹੈ ਤਾਂ ਉਹ ਕਿੰਨੀ ਛੇਤੀ ਆਪਣੇ ਕੋਲ ਫੇਸ ਚੇਂਜ ਕਰ ਸਕਦਾ ਹੈ, ਸੋਲਿਡ ਤੋਂ ਲਿਕੁਇਡ ਫੇਸ ਦੇ ਵਿੱਚ ਕਨਵਰਟ ਹੋ ਸਕਦਾ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਕਈ ਸਾਰੇ ਮਟੀਰੀਅਲਸ ਨੇ ਸਾਡੇ ਕੋਲ ਇਸ ਧਰਤੀ ਦੇ ਉੱਤੇ ਔਰ ਹਰ ਇੱਕ ਦਾ ਮੈਲਟਿੰਗ ਟੈਂਪਰੇਚਰ ਅਲੱਗ-ਅਲੱਗ ਹੈ, ਤਾਂ ਜਿੰਨਾ ਮਟੀਰੀਅਲਸ ਦਾ ਮੈਲਟਿੰਗ ਟੈਂਪਰੇਚਰ ਘੱਟ ਹੈ ਉਹਨਾਂ ਦੀ ਫਿਊਜ਼ੇਬਿਲਿਟੀ ਓਨੀ ਹੀ ਵਧੀਆ ਕਾਊਂਟ ਹੁੰਦੀ ਹੈ। ਸੋ ਇਹਦੇ ਨਾਲ ਹੀ ਸਾਡਾ ਪ੍ਰੋਪਰਟੀਜ਼ ਦਾ ਜੋ ਟੌਪਿਕ ਸੀ ਉਹ ਕੰਪਲੀਟ ਹੋ ਗਿਆ ਹੈ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ।